ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਾਉ ਨਹੀਂ, ਕਿਛ आहे ना मोरा। अवसर लज्जा राख लेहा, सधना जन तोरा। धर्मां दे ठाडे दरबार, तुझ बिन सुरत करै को मेरी। दर्शन दीजै खोल किवार, होवै सिफत खसम दी। नूर अरशहों कुरशहों झट्टियै, तुद डिठै सच्चे पातशाह। मल जन्म जन्म दी कट्टियै, वाहिगुरु साहिब जीओ। सोरठ महला पंजवा, सकल समग्री मोह व्यापी। कब ऊंचे कब नीचे, सुध ना होइए काहूँ जतना। ओढ़क को ना पहुँचे, सगल समग्री मोह व्यापी। कब ऊंचे कब नीचे, सुध ना होइए काहूँ जतना। ओढ़क को ना पहुँचे, मेरे मन साध शरण छुटकारा। बिन गुर पूरे जन्म मरण न रहई। फिर आवत बारो बारा, रहाओ ओहो जो भरम भुलावा कहियत। तिन मह उर्झियो सगल संसारा। पूरन भगत पुरख स्वामी का, सर्ब थोक ते न्यारा। निंदाओ नाही काहू बातै, एहे खसम का किया। जा कहो कृपा करी प्रभ मेरै, मिल साध संगत नाउ लिया। पार ब्रह्म परमेश्वर सतगुर, सबना करत उधारा। कहो नानक गुर बिन नहीं तरियै, एहो पूर्ण तत् विचारा। पार ब्रह्म परमेश्वर सतगुर, सबना करत उधारा। कहो नानक गुर बिन नहीं तरियै, एह पूर्ण तत् विचारा। वाहिगुरु जी का खालसा, वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदे
ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾੜ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਅਤੇ ਭਾਣੇ 'ਚ ਬਤੀਤ ਕਰਾਇਆ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਅਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼। ਹਰ ਉਸ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਡੇ ਵਾਸਤੇ ਰਹਿਮਤ ਦਾ ਦਰ ਖੁੱਲਿਆ। ਸਾਹਿਬ ਦਾ ਅੰਮ੍ਰਿਤਮਈ ਬਚਨ ਪ੍ਰਾਪਤ ਹੋਇਆ ਤੇ ਸਾਨੂੰ ਇੱਕ ਜੁਗਤ ਦਿੱਤੀ। ਤਮਾਮ ਉਲਝਣਾਂ ਤੋਂ ਪਰਾਂ ਨਿਕਲ ਕੇ ਸਾਨੂੰ ਇੱਕ ਜੁਗਤ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਵੇ। ਬਸ ਤੇਰਾ ਕੰਮ ਅਗਰ ਤੂੰ ਆਪਣੇ ਨਿਜ ਦੀ ਸਫਲਤਾ ਚਾਹੁੰਦਾ ਹੈ ਤੇ ਇਹ ਕੰਮ ਕਰ ਲੈ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ। ਇਸੇ ਪੌੜੀ ਜਾ ਕੇ ਸੰਪੂਰਨਤਾ ਦੇ ਨੇੜੇ ਪਹੁੰਚ ਕੇ ਕਹਿੰਦੀ ਨਾ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਔਰ ਨਾ ਕੋਈ। ਸਾਡੇ ਦਿਲੋਂ ਦਿਮਾਗ 'ਚ ਕੁਝ ਗੱਲਾਂ ਟਿਕ ਜਾਣੀਆਂ ਚਾਹੀਦੀਆਂ ਨੇ, ਪਰ ਸੱਚ ਹੈ ਕਿ ਟਿਕੀਆਂ ਹੋਈਆਂ ਨੇ। ਪੁਰਾਣੀਆਂ ਕੁਝ ਗੱਲਾਂ ਉਹ ਨੇ ਜੋ ਪਰੰਪਰਾਗਤ ਨੇ, ਜਿਨ੍ਹਾਂ ਦੇ ਕਈ ਰੂਪ ਰੰਗ ਸੱਜੇ ਖੱਬੇ ਦੇ ਪ੍ਰਭਾਵਾਂ ਤੋਂ ਪ੍ਰਭਾਵਿਤ ਹੋਣਗੇ। ਉਹ ਵਕਤੀ ਵੀ ਹੋਣਗੇ, ਇੱਕ ਦੂਜੇ ਦੇ ਨਾਲ ਜੁੜੇ ਹੋਏ ਹੋਣ ਕਰਕੇ ਕੁਝ ਚੰਗੇ ਤੇ ਕੁਝ ਮੰਦੇ ਵੀ ਹੋਣਗੇ। ਸਾਨੂੰ ਇਮਾਨਦਾਰੀ ਦੇ ਨਾਲ ਆਪਣੇ ਹਿਰਦੇ ਦੇ ਤਮਾਮ ਪ੍ਰਭਾਵਾਂ ਨੂੰ ਤਿਆਗਣਾ ਪੈਣਾ, ਤਦ ਜਾ ਕੇ ਕਿਤੇ ਗੁਰੂ ਕੀ ਸ਼ਾਨ, ਗੁਰੂ ਕੀ ਰਹਿਮਤ ਪ੍ਰਾਪਤ ਹੁੰਦੀ ਹੈ, ਜਿਹਨੂੰ ਮਨ ਕੀ ਮਤ ਤਿਆਗੋ ਕਿਹਾ ਜਾਂਦਾ ਹੈ। ਤੇ ਜੇ ਅਸੀਂ ਕਹੀਏ ਨਹੀਂ ਜੀ ਆਹ 4 ਗੱਲਾਂ ਤੇ ਠੀਕ ਨੇ, 2 ਗੱਲਾਂ ਛੱਡ ਦਿੰਦੇ ਹਾਂ, 3 ਗੱਲਾਂ ਅੱਧੀਆਂ ਮੰਨ ਲੈਂਦੇ ਹਾਂ, ਇੱਦਾਂ ਨਹੀਂ ਇੱਦਾਂ ਕਰ ਲੈਂਦੇ ਹਾਂ, ਤੇ ਫਿਰ ਭਾਈ ਠੀਕ ਹੈ, ਫਿਰ ਤਾਂ ਦੁਨੀਆ ਚੱਲ ਤੇ ਰਹੀ ਹੈ। ਗਿਆਨ ਖੰਡ ਵਿੱਚ ਪ੍ਰਵੇਸ਼ ਕਰਨ ਵਾਸਤੇ ਆਪਣਾ ਗਿਆਨ ਜਿਤਨਾ ਵੀ ਇਹ ਸਭ ਡੋਲ ਦੇਣਾ ਪੈਣਾ ਹੈ, ਤਦ ਜਾ ਕੇ ਗੁਰੂ ਦੇ ਗਿਆਨ ਖੰਡ ਵਿੱਚ ਪ੍ਰਵੇਸ਼ ਮਿਲੇਗਾ। ਨਹੀਂ ਤੇ ਠੀਕ ਹੈ, ਦੁਨੀਆ ਚੱਲ ਰਹੀ ਹੈ, ਜੀ ਰਹੇ, ਅਸੀਂ ਵੀ ਜੀ ਰਹੇ ਹਾਂ, ਜਿਉਂਦੇ ਰੋਂਦੇ ਪਿੱਟ ਦੀ ਦੁਨੀਆ ਜੀ ਗਈ, ਅਸੀਂ ਵੀ ਜੀ ਜਾਣਾ ਤੇ ਮੁੱਕ ਜਾਣਾ। ਜਿਸ ਆਸਨ ਹਮ ਵੈਸੇ ਕੇਤੇ ਬੈਸ ਗਿਆ। ਇੱਦਾਂ ਹੀ ਕਥਾ ਕਹਾਣੀਆਂ ਹੁੰਦੀਆਂ ਰਹਿਣੀਆਂ, ਸਾਡੇ ਵਰਗੇ ਆਉਂਦੇ ਰਹਿਣੇ ਜਾਂਦੇ ਰਹਿਣੇ, ਅਸਾਂ ਝਗੜਦੇ ਰਹਿਣਾ, ਲੜਦੇ ਰਹਿਣਾ। ਇਹ ਕੰਮ ਇੱਦਾਂ ਹੀ ਚੱਲਦਾ ਰਹਿਣਾ, ਇਹ ਨਾ ਬਦਲੇ ਤੇ ਨਾ ਕਦੇ ਬਦਲਣਾ। ਅਗਰ ਕੁਝ ਬਦਲਣਾ ਹੈ ਤੇ ਆਪਣੇ ਆਪ ਨੂੰ ਬਦਲਣਾ ਹੈ। ਆਪਣੇ ਆਪ ਨੂੰ ਅਸੀਂ ਕਿਤਨਾ ਬਦਲ ਪਾਵਾਂਗੇ, ਇਹ ਸਾਡਾ ਆਪੋ ਆਪਣਾ ਨਿੱਜ ਹੈ, ਕਿਉਂਕਿ ਧਰਮ ਦਾ ਅੰਦਰੂਨੀ ਹਿੱਸਾ ਜਿਹੜਾ ਹੈ ਉਹ ਨਿੱਜ 'ਤੇ ਹੁੰਦਾ, ਸੈਲਫ 'ਤੇ ਟਿਕਦਾ ਹੈ। ਅਸੀਂ ਆਪਣੇ ਆਪ ਨੂੰ ਬਦਲ ਲਈਏ, ਬਸ ਇੰਨਾ ਹੀ ਬਹੁਤ। ਆਪ ਸਵਾਰ ਹੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਬਸ ਜੇ ਮੈਨੂੰ ਮਿਲੀਏ ਤਾਂ ਫਰੀਦਾ, ਜੇ ਤੂੰ ਮੇਰਾ ਹੋ ਰਿਹਾ ਸਭ ਜਗ ਤੇਰਾ। ਇਹੀ ਗੱਲ ਸਾਡੇ ਦਿਲੋਂ ਦਿਮਾਗ ਸਮਝ ਆ ਜਾਏ
ਤੇ ਇਹ ਬਚਨ ਸ਼ਾਇਦ ਸਾਨੂੰ ਹੋਰ ਰਹਿਨੁਮਾਈ ਕਰ ਰਹੇ ਨੇ। ਸਾਡੀ ਸਮਝ ਆ ਜਾਏਗੀ ਜਿੱਥੇ ਕੱਲ੍ਹ ਅਸੀਂ ਰੁਕੇ ਸਾਂ, ਆ ਸੰਸਾਰ ਦਾ ਸਾਰਾ ਪਸਾਰਾ ਜੋ ਸਮੱਗਰੀ ਕਹਿ ਕੇ ਮਹਾਰਾਜ ਕਹਿੰਦੇ ਨੇ ਸਗਲ ਸਮੱਗਰੀ, ਇਹ ਮੋਹ ਨਾਲ ਜੁੜੀ ਹੋਈ ਹੈ। ਇਹਦੇ ਨਾਲ ਸਾਡੇ ਮੋਹ ਦੀਆਂ ਤੰਦਾਂ ਜੁੜੀਆਂ ਨੇ, ਸਾਡੇ ਸਵਾਰਥ ਜੁੜੇ ਨੇ। ਆ ਜਿਤਨੇ ਵੀ ਸਾਡੇ ਸੰਬੰਧ ਨੇ, ਭਾਵੇਂ ਪਰਿਵਾਰ ਦੇ ਨੇ, ਭਾਵੇਂ ਵਪਾਰ ਦੇ ਨੇ, ਭਾਵੇਂ ਸਮਾਜ ਵਿੱਚ ਕਿਸੇ ਪ੍ਰਕਾਰ ਕਿਸੇ ਪੱਧਰ ਦੇ ਹੋਰ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡਾ ਸਵਾਰਥ ਇਹਨਾਂ ਦੇ ਵਿੱਚ ਹੱਲ ਹੁੰਦਾ ਹੈ। ਅਤੇ ਤਾਂ ਹੀ ਅਸੀਂ ਉਹਨਾਂ ਦੇ ਨਾਲ ਸੰਬੰਧ ਬਣਾ ਕੇ ਰਹਿੰਦੇ ਹਾਂ। ਜਿਸ ਵਿਅਕਤੀ ਤੋਂ, ਜਿਸ ਸਮਾਜ ਤੋਂ, ਜਿਸ ਸੁਸਾਇਟੀ ਤੋਂ, ਜਿਸ ਵਪਾਰ ਤੋਂ ਸਾਡਾ ਕੋਈ ਮਸਲਾ ਹੱਲ ਨਾ ਹੁੰਦਾ ਹੋਵੇ, ਸਾਡਾ ਕੋਈ ਵੀ ਸਵਾਰਥ ਹੱਲ ਨਾ ਹੁੰਦਾ ਹੋਵੇ, ਅਸੀਂ ਸੁਖੈਨ ਹੀ ਉਸ ਨੂੰ ਬਾਹਰ ਕੱਢ ਦਿੰਦੇ ਹਾਂ। ਆਪਣੇ ਆਪ ਨੂੰ ਤੋਂ ਛੁੱਟੀ ਲੈ, ਬਸ ਵੀ ਬਸ ਸਾਡਾ ਕੋਈ ਨਾ ਕੋਈ ਮਸਲਾ ਨਹੀਂ। ਜੁੜੇ ਕਿਉਂ ਹੈ? ਸਾਡੇ ਸਵਾਰਥ ਨੇ। ਸਾਡੇ ਨਾਲ ਵੀ ਲੋਕ ਇਸੇ ਕਰਕੇ ਜੁੜੇ ਨੇ। ਅਤ ਖਿਆਲ ਕਰਨਾ ਕਿ ਇਕੱਲੇ ਅਸੀਂ ਗੁਨਾਹਗਾਰ ਹਾਂ, ਇਹ ਤਾਂ ਦੁਨੀਆ ਹੀ ਇਸ ਤਰ੍ਹਾਂ ਜੁੜੀ ਹੈ। ਸਾਡੇ ਨਾਲ ਵੀ ਜਿਤਨੇ ਸੰਬੰਧ ਨੇ ਨਾ, ਉਹ ਸਭ ਸਵਾਰਥ ਦੇ ਪਿੱਛੇ ਹੀ ਨੇ, ਮੋਹ ਪਿੱਛੇ ਹੀ ਨੇ। ਬੜਾ ਪਿਆਰਾ ਬਚਨ ਆਪਨੇ ਪਾਠ ਕਰਦਿਆਂ ਪੜ੍ਹਿਆ ਹੋਣਾ। ਸਾਡੇ ਜਿਤਨੇ ਆਲੇ ਦੁਆਲੇ ਦੇ ਲੋਕ ਨੇ, ਜਾਂ ਅਸੀਂ ਜਿਨ੍ਹਾਂ ਦੇ ਆਲੇ ਦੁਆਲੇ ਫਿਰਦੇ ਹਾਂ, ਜਿਸ ਦਿਨ ਸਾਡੇ ਤੋਂ ਇਹਨਾਂ ਦਾ ਸਵਾਰਥ ਪੂਰਾ ਹੋਣਾ ਹਟ ਗਿਆ, ਉਸ ਦਿਨ ਸਾਡੀ ਬਾਤ ਕਿਸੇ ਨਹੀਂ ਪੁੱਛਣੀ। ਜਿਤ ਦਿਨ ਉਨਕਾ ਸਵਾਵ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸੀ। ਬਹੁਤ ਥਾਵਾਂ 'ਤੇ ਅਸੀਂ ਵੇਖਿਆ ਨਾ, ਇਹ ਸੁਭਾਵ ਘਰਾਂ 'ਚ, ਪਰਿਵਾਰਾਂ 'ਚ, ਸਮਾਜ 'ਚ ਵਰਤਦੇ ਨੇ। ਫਿਰ ਮਹਾਰਾਜ ਕੀ ਕਰੀਏ? ਇਸ ਖਲਜਗਣ ਤੋਂ ਤੇ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਤਾਂ ਕਿ ਇਸੇ ਮੋਹ ਦੀਆਂ ਤੰਦਾਂ ਟੁੱਟ ਜਾਣ, ਅਸੀਂ ਉੱਚੇ ਹੋ ਕੇ ਥੋੜ੍ਹਾ ਮੁਕਤ ਜੀਵਨ ਜੀ ਸਕੀਏ। ਅਤੇ ਫਿਰ ਉਹਦੇ ਵਾਸਤੇ ਮਹਾਰਾਜ ਕਹਿੰਦੇ ਕਿ ਮੇਰੇ ਮਨ ਸਾਧ ਸ਼ਰਨ ਛੁਟਕਾਰਾ, ਗੁਰੂ ਦੀ ਸ਼ਰਨ ਪ੍ਰਾਪਤ ਕਰ, ਇੱਥੋਂ ਗਿਆਨ ਮਿਲੇਗਾ। ਯਾਦ ਰੱਖਣਾ, ਗੁਰੂ ਤੋਂ ਕੋਈ ਪੂਜਾ ਦਾ ਵਿਧਾਨ ਨਹੀਂ ਜੇ ਮਿਲਦਾ, ਅਤੇ ਨਾ ਗੁਰੂ ਆਕਾਰ ਹੈ ਅਤੇ ਨਾ ਗੁਰੂ ਕੋਈ ਵਿਅਕਤੀ ਹੈ। ਗੁਰੂ ਇੱਕ ਵਿਚਾਰ ਹੈ, ਵਿਚਾਰ ਵਿੱਚ ਸ਼ਕਤੀ ਹੈ, ਇਸ ਵਿਚਾਰ 'ਚ ਅੰਮ੍ਰਿਤ ਹੈ। ਇਸੇ ਕਰਕੇ ਸਾਰੇ ਦਾਨੇ ਤੇ ਕਹਿੰਦੇ ਨੇ ਗਿਆਨ ਗੁਰੂ ਹੈ। ਗੁਰੂ ਦਾ ਗਿਆਨ ਹੀ ਸਾਡਾ ਗੁਰੂ ਹੈ, ਸ਼ਬਦ ਗੁਰੂ ਹੈ। ਅਤੇ ਸ਼ਬਦ ਦਾ ਕੋਈ ਆਕਾਰ ਨਹੀਂ ਜੇ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਇਹ ਲਿਖੇ ਹੋਏ ਸ਼ਬਦ ਨੇ, ਪਰ ਚੇਤਾ ਰੱਖਣਾ, ਜੋ ਸ਼ਬਦ ਜਿਹਨੂੰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼ਬਦ ਗੁਰੂ ਕਹਿੰਦੇ ਨਾ, ਉਸ ਸ਼ਬਦ ਦਾ ਕੋਈ ਆਕਾਰ ਨਹੀਂ ਜੇ। ਉਹ ਇੱਕ ਵਿਚਾਰ ਹੈ। ਕਿਹਦਾ ਵਿਚਾਰ ਹੈ? ਗੁਰੂ ਨਾਨਕ ਦਾ ਵਿਚਾਰ ਹੈ। ਜੇ ਆਪਾਂ ਸਰਲ ਸ਼ਬਦ ਕਹਿ ਸਕੀਏ, ਗੁਰੂ ਦਾ ਵਿਚਾਰ ਹੈ। ਉਹ ਵਿਚਾਰ ਹੀ ਸਾਡਾ ਗੁਰੂ ਹੈ, ਅਤੇ ਉਹਨੂੰ ਆਕਾਰ ਦੇ ਮੁਤਾਜੀ ਨਹੀਂ ਹੈ। ਬਸ ਉਹ ਹੈ। ਜਿਹਨੇ ਸੁਣਿਆ ਮੰਨ ਲਿਆ, ਦੂਜੇ ਨੇ ਸੁਣਿਆ ਨਹੀਂ ਮੰਨਿਆ, ਕੋਈ ਫਰਕ ਨਹੀਂ ਪੈਂਦਾ। ਉਸ ਵਿਚਾਰ ਨੂੰ ਕੋਈ ਫਰਕ ਨਹੀਂ ਪੈਂਦਾ, ਉਸ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ 10 ਵੀ ਮੰਨਦੇ ਹਾਂ, 10 ਵੀ ਨਹੀਂ ਮੰਨਦੇ, ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਅਸਾਂ ਨੂੰ ਫਰਕ ਪੈਂਦਾ ਹੈ। ਅਸਾਂ ਨੇ ਅਗਰ ਇਸ ਸੰਸਾਰ ਦੇ ਖਲਜਗਣ ਤੋਂ, ਸੰਸਾਰ ਦੇ ਮੋਹ ਤੋਂ, ਸੰਸਾਰ ਦੇ ਦੁਰਵਿਵਹਾਰ ਤੋਂ ਬਚਣਾ, ਜੀ ਇੱਕੋ ਤਰੀਕਾ ਹੈ ਸਾਧ ਸ਼ਰਨ ਛੁਟਕਾਰਾ। ਸਾਧ ਸ਼ਰਨ ਪ੍ਰਾਪਤ ਕਰੀਏ, ਇੱਥੇ ਗਿਆਨ ਪ੍ਰਾਪਤ ਹੋ ਗਿਆ। ਗਿਆਨ ਪ੍ਰਾਪਤ ਹੋਣ ਦੇ ਨਾਲ ਸਾਨੂੰ ਸੰਸਾਰ ਵਿੱਚ ਰਹਿਣ ਦੀ ਜੁਗਤ ਆ ਜਾਏਗੀ ਕਿ ਸੰਸਾਰ ਦੇ ਕਿਸ ਹਿੱਸੇ ਵਿੱਚ ਸਾਡੇ ਸੰਬੰਧ ਕਿਤਨੇ ਗਹਿਰਾਈ ਤੱਕ ਹੋਣੇ ਚਾਹੀਦੇ ਨੇ, ਕਿਹਦੇ ਨਾਲ ਸੰਬੰਧ ਕਿਤਨੇ ਹੋਣੇ ਚਾਹੀਦੇ ਨੇ, ਕਿਸ ਦੇ ਨਾਲ ਸੰਬੰਧ ਕਿਸ ਪੱਧਰ 'ਤੇ ਹੋਣੇ ਚਾਹੀਦੇ ਨੇ, ਸਾਡੀਆਂ ਮਨ ਭਾਵਨਾਵਾਂ ਦੀਆਂ ਤਰੰਗਾਂ ਕੈਸੀਆਂ ਹੋਣੀਆਂ ਚਾਹੀਦੀਆਂ। ਇਹ ਹੌਲੀ ਹੌਲੀ ਇੱਥੇ ਬੈਠਿਆਂ ਗੁਰੂ ਕੀ ਬਾਣੀ ਪੜ੍ਹਦਿਆਂ ਸੁਣਦਿਆਂ ਇਹ ਸਮਝ ਆਉਣ ਲੱਗ ਪੈਂਦੀ ਹੈ। ਇਹ ਸਮਝ ਹੀ ਅਸਾਂ ਇੱਥੇ ਪ੍ਰਾਪਤ ਕਰਨੀ ਹੈ, ਜਿਹਨੂੰ ਮਹਾਰਾਜ ਕਹਿੰਦੇ ਕਿ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੇ। ਗੁਰੂ ਦੇ ਗਿਆਨ ਤੋਂ ਬਿਨਾਂ ਜਨਮ ਮਰਨ ਨਹੀਂ ਰਹਿੰਦੇ, ਇਹ ਸਿਰ 'ਤੇ ਹਾਵੀ ਪਏ ਰਹਿੰਦੇ ਨੇ, ਅਤੇ ਨਤੀਜੇ ਆਵਤ ਬਾਰੋ ਬਾਰਾ, ਬਾਰ ਜੰਮਦੇ ਆ ਮਰਦੇ ਆ। ਇਹ ਜਿਹੜਾ ਭਰਮ ਭੁਲਾਵਾ ਹੈ, ਜਿਹਨੂੰ ਕੱਲ੍ਹ ਸੀ ਵਾਚ, ਉਹ ਜੋ ਭਰਮ ਭੁਲਾਵਾ ਕਹੀ ਜਾਂਦਾ। ਆ ਸੰਸਾਰ ਕੀ ਇੱਕ ਭਰਮ ਦਾ ਭੁਲੇਖਾ, ਜਿਸ ਨੂੰ ਅਸੀਂ ਮੰਨ ਬੈਠੇ ਕਿਸੇ ਹੋਰ ਰੂਪ ਦੇ ਵਿੱਚ,
नेड़े जाके देखीदा किसी होर रूप दे विच। दार्शनिक इसे करके कहते हैं संसार है, संसार नहीं है। संसार कित्थे तेरे ख्यालों दे विच है। तू मन लिया तो है, तू नहीं मनिया तो नहीं है। आखिर जी दिसता है, कह लगे दिसता तो है पर निभण वाला नहीं है। जिवें बाहर खुले मैदान जाके देखिए, इतों 5-7 मील दूर लगता ना आकाश धरती दे नाल मिल गया। सानू इदां लगता ना कि आकाश छतरी वांग गुड़ाई विच नीवाण नूं आ रहा है, तो आ 5-7 मील ते जाके धरती ते आकाश मिल जाते हैं, बस दुनिया मुक जाती है। पर उम्रां लंघ गईयां लोकां दी, तुरियां तुरियां ये धरती ते आकाश कदे नहीं मिले, किते भी नहीं मिलते, क्योंकि मिलते ही नहीं। आकाश है पर है ही नहीं। ऊंचाई ते जितना कुछ जाके देखेगा, आकाश नाम की कोई चीज़ मिलती ही नहीं। बस उच्ची उठ ऊंचाई है, कितना उच्चा उठ जाओगे ये तुहाडी समर्था है। अज तक संसार के जितने ज्ञानी विज्ञानी साढ़े कोल होए ने, उन्होंने दसिया होएगा समुंदर की गहराई कितनी है, उन्होंने दसिया होएगा ज़मीन के हेठां पानी कितना गहरा है, उन्होंने दसिया होएगा ज़मीन की इतनी गहराई तक खुदाई करांगे तो आ चीज़ मिलेगी, ये तो थले आ चीज़ मिलेगी। गहराई नाप सकते ने। कहते ने धरती गोल है, तो हो सकता जे धरती गोल है तो एक पासे तो कोई बोरिंग करदा 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 दूजे पासे तो पार निकल जाए, संभव है, मुक जाएगा ना सिलसिला ही सारा। पर कदे अज तक किसी ज्ञानी विज्ञानी तो सुनिया कि मैं आसमान ते इन्ना उच्चा उठ गया, इतों कि बस बई उड़क है, इतों पार नहीं जा सकते। नहीं, ऊंचाई का अंत ना अंत है। जिन्ना मर्जी साढ़े राकेट मुक जाते हैं, उन्हों के ईंधन मुक जाते हैं, ऊर्जा मुक जाती है, पर ऊंचाई नहीं मुकती। मनुख थक जाता है। बस यही चेते भरम भुलावा कितना वड्डा है, सानू अजे तक नहीं पता। बस ये असीं उलझे पे हाँ। असां ने इत्थे बैठ के इस भरम भुलेखे तो अपने आप को बचाना है। आ माया दे मोह दे हौमे दे मैं मेरी दे भरम भुलेखे, मैं चंगा हाँ मैं सियाणा है भरम भुलेखे। फिर की करी, कह लगे अपने आप को संकुचित करया करो। आ गुरबाणी साढ़े सियाणे शब्द कहते हैं अंतरमुखी। साढ़े वडेरिया ने एक शब्द बनाया सी ना, अंतरमुखी। एक संसार का पासा है बाहर मुखी, एक पासा है अंतरमुखी। बाहर का पासा जो बाहर मुखी है वो ज्ञान दे नाल संबंध रखता है, तो जो अंतरमुखी पासा है वो ध्यान दे नाल संबंध रखता है। जितना ज्ञान वध होएगा उतना मनुख बाहर मुखी पसारा बहुता कर बैठेगा, बाहर मुखी बहुता होएगा। तो जितना वह ध्यान गहरा होएगा उतना वो अंतरमुखी हो जाएगा। अंतरमुखी होने वास्ते ये ज्ञान त्यागना पैंदा है, ज्ञान छड्डना पैंदा है। जे मैं कहां कि नहीं एक पासे मैं सारे ज्ञान की पुस्तकां भी याद कीतियां, वो भी दोहरांदा रहांगा, अंतरमुखी नहीं होवांगा। सियाणे ते कहंदे ने अंतरमुखी होने वास्ते सानू अपने विचारां नूं संकोच देना पैंदा है, विचारां नूं त्यागना पैंदा है। हौली हौली अंतरमुखी एक मुकाम आंदा है जिथे विचार शून्य अवस्था होंदी है, कोई विचार नहीं। बस इन्ना को पता होंदा है कि हाँ मैं हैगा, मैं हाँ, बस विचारां दी शून्यता है। जदों ये भावें 5-7 पल ही किसी नूं महसूस होंदा होवे, उत्थे विखना अपने शरीर का कोई बोझ नहीं होएगा, अपने शरीर की कोई पीड़ा नहीं होएगी, अपने संसार का कोई दुख नहीं होएगा, क्योंकि उत्थे कोई ज्ञान ही नहीं है। उत्थे सिर्फ ध्यान है कि हाँ मैं हाँ। ये एक ध्यान का संकल्प है जो कहता अहम ब्रह्मास्मि, मैं ही हाँ, बस और कोई नहीं है। ये अहंकार वाला नहीं है, ये ध्यान का वो केंद्र बिंदु है जिथे जाके इन्नी कुछ समझ आ जाती कि सिर्फ मैं हाँ, पर मैनू अपने स्वरूप का कोई ज्ञान नहीं गा। गुरु नानक पातशाह साहब जी इत्थे पहुँचा के सानू कहते ने हुण तू अपने शब्द नूं पहले बदल के चलना, कहना तू है। बस संसार के ज्ञानियों ने पर की लोग कहते हैं अहम ब्रह्मास्मि, वो कहते हैं आ नाल हक
सतगुरु कहने लगे ने तू 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 भगवान। पाठ करते हैं वेखना 5 बार लगातार तू 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 है, सब कुछ तू है, ये भी तू है। अज उस वक्त का शून्य समा, ये भी तू है। संसार च भरम है, भुलेखा बच के रहिए। कल से रुके सा पूर्ण भगत पुरख स्वामी का सर्ब थोक ते न्यारा। जिहड़ा कोई जी उस पुरख स्वामी का भगत हो जाता है, पूर्ण भगत पुरख स्वामी का, जिहड़ा कोई पुरख स्वामी का भाव अकाल पुरख वाहिगुरु जी का पूर्ण तौर ते सेवक हो जाता है, वो संसार के समान तमाम चीज़ों के विच रहिंदा होया भी न्यारा हो जाता है। वो सर्ब थोक ते न्यारा, वो न्यारा हो जाता है। सदापने कल होर बहुत बार पढ़ी होएगी, जब लग खालसा रहे न्यारा। असी न्यारा पढ़ते ना, जब लग खालसा रहे न्यारा। असी इसकी बाहरली व्याख्या की है कि देखो जी इहदा खाना पीना रहना बहना सब तो वखरा होएगा, सब तो अडरा होकर बैठा रहेगा। नहीं, जदों तक ये भरम भुलेखिਆਂ कलेशां तो मुक्त रहेगा, जिन्ना चिर ये ईर्खा निंदा चुगली वैर भावना तो मुक्त रहेगा, जिन्ना चिर दुनिया के तमाम कलेशां तो मुक्त हो के केवल ते केवल अपने गुरु दे समर्पित रहेगा, तद गुरु के तब लग तेज दियो मैं सारा। तां इसनूं अपनी ताकत देंगा तो बाकी सब नूं छड्ड के सिर्फ मेरा होके रहेगा। और साढ़े वडेरे भी पढ़ते सुनाते पढ़ते हो ना आप ते, जां तू मेरा हो रहा है, तू मेरा हो के रहे। और ये बारीक जा फार्मूला, ये बारीक जा विचार सूत्र घर विच भी उस ढंग नाल चलदा है, निजी तौर पर भी उत्थे ही चलदा है, तो आदर्शना अध्यात्मक तौर पर भी उत्थे ही चलदा है। साडे घरां विच भी की हुंदा है, साडे वडेरे कहंदे ने मेरा होके रहो। असीं जदों इस उमरां दे मुकाम ते पहुंच, असीं दूजिਆਂ ਨੂੰ ਆਪਣੇ ਤੋਂ छुट्टन के नहीं मेरे अधीन होके रहो। जिवें घर दा मुखी कहंदा उदां रहो, मेरे अनुसार रहो, मेरे वफादार रहो। तो जिहड़ा कोई जी मेरे अनुसार नहीं रहिंदा, मेरे प्रति वफादार नहीं रहिंदा, वो जी हौली हौली मेरी किरपा का पात्र भी नहीं रहिंदा। उस जी नूं हौली हौली मेरियां चीज़ां मिलनों हट जांदियां ने, उस जी नूं हौली हौली मेरी निकटता मिलनों हट जाती है, उस जी नूं हौली हौली मेरा प्यार मिलनों हट जाता है। वो फिर ओपरियां ते बेगानियां शामिल हो जाता है। तो जे कोई होर ओपरियां ते बेगानियां चों साडे निज दे नाल मेरे नाल जुड़ जाता है, मेरी मैं नाल जुड़ जाता है, हौली हौली असीं उसनूं अपणत्व ते अपने मुकाम ते ले आउने। असीं बहुत वड्डे पद्धर ते देखिआ, शदापन याद वे, असीं ते कई बार कई एक पासे देख देख नारे जयकारे लाउने आ। सिख इतिहास तक बहुत वड्डा ऐसा दुखांत है। महाराजा रणजीत सिंह जी ने अपने राज प्रबंध संबंध दे विच अपने पुत्रां नूं वो थां नहीं दिता जिहड़ा ध्यान सिंह नूं ते उहदे पुत्र नूं थां दे दिता। अपने मेरे दायरे दे विच, अपने निज मैं दे सर्कल दे विच जो थां उन्होंने ध्यान सिंह नूं दे दिता है, ध्यान सिंह दे पुत्र नूं दे दिता है, वो थां वो अपने पुत्र नूं भी नहीं दे पाए। इतिहास च किते किते जिक्र मिलता है कि महाराजा शेर सिंह नूं भी महाराजा रणजीत सिंह नूं मिलण वास्ते घंटिਆਂ बधी इंतज़ार करना पैंदा सी। ध्यान सिंह दी मर्जी हुंदी सी ते ये प्यो पुत्र मिलते सी, जे मर्जी नहीं सी हुंदी ते प्यो पुत्र भी नहीं सी मिल पाते। और यही साडे इन्ने वड्डी सल्तनत दे निघार दा कारण है मूल, जिहदी व्याख्या असीं आम तौर ते नहीं करते। असीं एक पासा देखते हैं, अपने अंदर दियां कमियां नूं असीं नहीं तलाशते। जदों असीं किसी दूजे दे नाल संबंध जोड़ लैंदे आ, कोई होर साडे नाल जुड़ जांदा है तो वह अपना प्रभाव अपने विचार उत्थे इनपुट पा देवेगा, तो उहदी पाई हुई इनपुट छोटा जिहा विचार भी वड्डे विकार नूं जन्म दे देवेगा। इसे करके सानूं दस्सिआ जांदा कि तुसीं बड़ी सख्ती दे नाल अपने ते पहरा देना है। असीं अपणिआं ते पहरा ते लाया, पर असीं अपने ते पहरा नहीं लाया। बस यही साडी बहुती वड्डी कमी है।
ਅਸੀਂ ਆਪਣਿਆਂ ਨੂੰ ਕਹਿੰਦੇ ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਪਰ ਕਦੇ ਅਸੀਂ ਆਪਣੇ 'ਤੇ ਵੀ ਪਹਿਰਾ ਲਾਇਆ ਕਿ ਮੈਂ ਇੱਦਾਂ ਕਰਾਂਗਾ? ਨਹੀਂ, ਅਸੀਂ ਆਪਣੇ 'ਤੇ ਪਾਬੰਦੀ ਨਹੀਂ ਲਾਉਂਦੇ ਅਤੇ ਧਰਮ ਆਪਣੇ 'ਤੇ ਪਾਬੰਦੀ ਲਾਉਂਦਾ ਹੈ। ਧਰਮ ਆਪਣਿਆਂ 'ਤੇ ਪਾਬੰਦੀ ਨਹੀਂ ਲਾਉਂਦਾ, ਅਸੀਂ ਆਪਣਿਆਂ 'ਤੇ ਪਾਬੰਦੀ ਲਾ ਰਹੇ ਹਾਂ। ਸਾਨੂੰ ਆਪਣੇ 'ਤੇ ਪਾਬੰਦੀ ਲਾਉਣੀ। ਮੈਨੂੰ ਆਪਣੇ ਬੋਲਾਂ 'ਤੇ ਕੰਟਰੋਲ ਕਰਨਾ ਹੈ, ਮੈਨੂੰ ਆਪਣੀ ਨਜ਼ਰਾਂ 'ਤੇ ਕੰਟਰੋਲ ਕਰਨਾ ਹੈ, ਮੈਨੂੰ ਆਪਣੇ ਹੱਥਾਂ 'ਤੇ ਕੰਟਰੋਲ ਕਰਨਾ ਹੈ, ਮੈਨੂੰ ਆਪਣੇ ਪੈਰਾਂ 'ਤੇ ਕੰਟਰੋਲ ਕਰਨਾ ਹੈ, ਮੈਨੂੰ ਆਪਣੇ ਵਿਚਾਰਾਂ 'ਤੇ ਕੰਟਰੋਲ ਕਰਨਾ ਹੈ, ਮੈਨੂੰ ਆਪਣੇ ਸੈਲਫ ਕੰਟਰੋਲ ਕਰਨਾ, ਜਿਹਨੂੰ ਜਤ ਕਹਿੰਦੇ ਨੇ। ਜਤ ਮੈਂ ਕਰਨਾ ਹੈ, ਨਾ ਕਿ ਮੇਰੇ ਆਪਣਿਆਂ ਨੇ ਕਰਨਾ, ਉਹਨਾਂ ਦਾ ਆਪਣਾ ਹੋਏਗਾ। ਅਸੀਂ ਆਪਣੇ 'ਤੇ ਨਹੀਂ ਕਰ ਪਾਏ ਅਤੇ ਅਸੀਂ ਆਪਣਿਆਂ ਨੂੰ ਕਰ ਰਹੇ ਹਾਂ। ਅਤੇ ਫਿਰ ਚੇਤਾ ਰੱਖਣਾ, ਜਦੋਂ ਅਸੀਂ ਦੂਜੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹਦੇ ਨਾਲ ਫਿਰ ਉਹ ਤੜਪਦਾ ਅਤੇ ਕਲਪਦਾ, ਵਿਦਰੋਹ ਕਰ ਦਿੰਦਾ ਹੈ। ਅੱਜ ਸਮਝ ਆ ਸਕੇ, ਅਸਾਂ ਨੇ ਆਪਣੇ ਆਪ 'ਤੇ ਕੰਟਰੋਲ ਕਰਨਾ ਹੈ ਅਤੇ ਆਪਣੇ ਆਪ ਨੂੰ ਇੱਕ ਦਾਇਰੇ ਵਿੱਚ ਲੈ ਕੇ ਆਉਣਾ। ਕਿਹੜੇ ਦਾਇਰੇ 'ਚ? ਗੁਰੂ ਕੇ ਹੁਕਮ ਦੇ ਦਾਇਰੇ ਦੇ ਵਿੱਚ, ਗੁਰੂ ਕੀ ਆਗਿਆ ਦੇ ਦਾਇਰੇ ਦੇ ਵਿੱਚ, ਗੁਰੂ ਕੇ ਭਾਣੇ ਦੇ ਦਾਇਰੇ ਵਿੱਚ, ਗੁਰੂ ਕੀ ਰਜ਼ਾ ਦੇ ਦਾਇਰੇ ਵਿੱਚ। ਅਸੀਂ ਹੋਰਨਾਂ ਦਾਇਰਿਆਂ ਦੀ ਗੱਲ ਨਹੀਂ ਕਰਦੇ, ਅਸੀਂ ਹੋਰਨਾਂ ਦੇ ਬਣਾਏ ਹੋਏ ਫਰੇਮਾਂ ਦੀ ਗੱਲ ਨਹੀਂ ਕਰਦੇ, ਅਸੀਂ ਕੇਵਲ ਅਤੇ ਕੇਵਲ ਗੁਰੂ ਕੇ ਬਣਾਏ ਹੁਕਮ ਦੀ ਗੱਲ ਕਰਦੇ ਹਾਂ। ਅਸਾਂ ਤੇ ਬਸ ਇੱਕੋ ਚੇਤਾ ਸਾਨੂੰ ਹੋਣਾ ਚਾਹੀਦਾ ਹੈ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਇਸ। ਲੋਕ ਕੀ ਕਹਿੰਦੇ ਨੇ, ਲੋਕ ਕਿਉਂ ਕਹਿੰਦੇ ਨੇ ਅਤੇ ਲੋਕ ਕੀ ਕਰਦੇ ਨੇ, ਇਹ ਛੱਡਣਾ ਪੈਣਾ, ਤਿਆਗਣਾ ਪੈਣਾ, ਨਿਆਰੇ ਰਹਿਣਾ ਪੈਣਾ। ਤਰੱਕੀ ਤਾਂ ਹੋਣੀ ਆ। ਸੰਸਾਰ 'ਚ ਹਮੇਸ਼ਾ ਦੋ ਧੜੇ ਬਣ ਜਾਂਦੇ ਨੇ, ਦੋਨੋਂ ਧੜੇ ਉਲਝਦੇ ਰਹਿੰਦੇ ਨੇ, ਕੋਈ ਯਾਤਰਾ ਨਹੀਂ ਕਰ ਪਾਉਂਦੇ। ਜੇ ਤੁਸਾਂ ਯਾਤਰਾ ਕਰਨੀ ਹੈ ਤਾਂ ਅੱਗੇ ਜਾਣਾ ਪੈਣਾ ਹੈ। ਬੜਾ ਪਿਆਰਾ ਬਚਨ ਹੈ, ਪੰਡਤ ਮੁੱਲਾ ਜੋ ਲਿਖ ਦਿਆ, ਛੱਡ ਚਲੇ ਹਮ ਕਛੂ ਨ ਲੀਆ। ਇਹ ਪੰਡਤ ਅਤੇ ਮੁੱਲਾ ਇਹ ਸਦੀਆਂ ਤੋਂ ਰਹੇ ਨੇ, ਸਦੀਵ ਕਾਲ ਤੱਕ ਰਹਿਣੇ ਨੇ। ਇਹਨਾਂ ਲੜਦੇ ਰਹਿਣਾ, ਝਗੜਦੇ ਰਹਿਣਾ। ਜੇ ਤੁਸਾਂ ਤਰੱਕੀ ਕਰਨੀ ਤਾਂ ਛੱਡੋ ਇਹਨਾਂ ਨੂੰ, ਆਪਣੇ ਗੁਰੂ ਦਾ ਪੱਲਾ ਪਕੜ ਕੇ ਗਾ ਨਿਕਲ ਜਾਓ। ਇੱਕੋ ਹੀ ਤਰੀਕਾ, ਹੋਰ ਕੋਈ ਤਰੀਕਾ ਸਹੀ ਨਿਆਰੇ ਰਹਿਣ ਦਾ ਤਰੀਕਾ ਹੈ। ਇਹੀ ਤਰੀਕਾ ਸਾਡੇ ਕੋਲ ਹੈ ਨਿਰਲੇਪ ਰਹਿਣ ਦਾ। ਬਸ ਲੋਕ ਲੜਦੇ ਨੇ, ਇਹਨਾਂ ਕਿਉਂਕਿ ਹਾਂ ਲੜਦੀ ਹੈ, ਹਾਂ ਮੈਂ ਲੜਦੀ ਹੈ। ਕਦੇ ਸੱਚ ਲੜਦਾ ਵੇਖਿਆ ਜੀ, ਕਦੇ ਪ੍ਰੇਮ ਲੜਦਾ ਵੇਖਿਆ ਜੀ, ਕਦੇ ਗੁਰੂ ਕੇ ਪਿਆਰੇ ਲੜਦੇ ਵੇਖੇ ਜੀ? ਨਹੀਂ। ਹਉਮੈ ਦੇ ਹੰਕਾਰੀ ਲੋਕ ਲੜਦੇ ਵੇਖੇ ਨੇ। ਪ੍ਰਿਥੀ ਚੰਦ ਹੀ ਲੜਦਾ ਵੇਖਿਆ, ਕਦੇ ਗੁਰੂ ਅਰਜਨ ਦੇਵ ਨੂੰ ਲੜਦਿਆਂ ਦੇਖਿਆ ਜੀ? ਪ੍ਰਿਥੀ ਚੰਦ ਲੜਦਾ ਹੈ, ਸਾਰੀ ਉਮਰ ਲੜਦਾ ਰਿਹਾ ਔਰ ਸਦੀਆਂ ਤੱਕ ਪ੍ਰਿਥੀ ਚੰਦ ਨੇ ਲੜਦੇ ਹੀ ਰਹਿਣਾ ਹੈ। ਕਿਉਂਕਿ ਪ੍ਰਿਥੀ ਚੰਦ ਮੁੱਕਦਾ ਨਹੀਂ, ਜੇ ਪ੍ਰਿਥੀ ਚੰਦ ਮਰਦਾ ਨਹੀਂ। ਜੇ ਪ੍ਰਿਥੀ ਚੰਦ ਪ੍ਰਿਥਵੀ ਦਾ ਚੰਦ ਹੈ, ਉਹ ਜਦੋਂ ਤੱਕ ਪ੍ਰਿਥਵੀ ਰਹਿਣੀ ਉੱਥੇ ਚੰਦ ਬਣਿਆ ਰਹਿਣਾ। ਉਹਨੇ ਪ੍ਰਿਥਵੀ ਦੀ ਪਰਿਕਰਮਾ ਕਰਦੇ ਰਹਿਣਾ, ਉਹਨੇ ਲੜਦੇ ਰਹਿਣਾ। ਅਤੇ ਗੁਰੂ ਅਰਜਨ ਹੈ, ਉਹਦੇ ਕੋਲ ਲੜਾਈ ਝਗੜਾ ਕਲੇਸ਼ ਹੈ ਹੀ ਨਹੀਂ, ਕੋਈ ਸ਼ਾਂਤ ਬਿਰਤੀ ਹੈ, ਬਸ ਚੱਲਦੇ ਰਹਿਣਾ। ਉਹਦੇ 'ਤੇ ਬਚਨਾਂ ਦੇ ਬਾਣ ਨੇ, ਜਿਹੜਾ ਸਾਹਮਣੇ ਆ ਗਿਆ ਵਿੰਨਿਆ ਗਿਆ, ਜਿਹੜਾ ਸੱਜੇ ਖੱਬੇ ਹੋ ਗਿਆ ਜਾ ਪਈ ਉਹਨੇ ਕੀ ਲੈਣਾ। ਇਹ ਤਾਂ ਗੁਰੂ ਕੇ ਬਚਨ ਨੇ, ਜਿਹੜਾ ਸਨਮੁਖ ਹੋ ਜਾਏਗਾ ਉਹਦੇ ਉੱਤੇ ਗੁਰੂ ਕੀ ਨਿਗਾਹ ਪੈ ਜਾਏਗੀ। ਅਸੀਂ ਨਿਆਰੇ ਰਹਿਣਾ ਹੈ ਅਤੇ ਨਿਆਰੇ ਰਹਿਣ ਦੀ ਸਭ ਤੋਂ ਕਠਿਨ ਜੇ, ਨਿਆਰੇ ਰਹਿਣਾ ਸਭ ਤੋਂ ਔਖਾ ਜੇ। ਇਹੀ ਗੁਰਸਿੱਖੀ ਬਾਰੀਕ ਹੈ। ਇੰਨਾ ਸਾਡਾ ਮਨ ਸੰਕੁਚਿਤ ਹੋਵੇ, ਇੰਨਾ ਸਾਡਾ ਮਨ ਕੇਂਦਰਿਤ ਹੋਵੇ ਕਿ ਜਿਵੇਂ ਕੋਈ ਰੱਸੀ 'ਤੇ ਤੁਰਦਾ ਬਾਜ਼ੀਗਰ ਹੈ। ਬਲਕਿ ਸਾਡਾ ਮਾਰਗ ਤਾਂ ਇਹ ਤੋਂ ਹੀ ਬਾਰੀਕ ਹੈ। ਖੰਡੇ ਧਾਰ ਗਲੀਅਤ ਭੀੜੀ। ਅਸੀਂ ਖੰਡੇ ਧਾਰ ਦੀ ਜਦ ਵੀ ਵਿਆਖਿਆ ਕੀਤੀ, ਅਸੀਂ ਲੜਾਈ ਪੜ੍ਹਾਈ ਵਾਲੇ ਖੰਡੇ ਦੀ ਵਿਆਖਿਆ ਕੀਤੀ। ਮਾਰਗ ਬਾਰੀਕ ਹੈ, ਬਿਲਕੁਲ ਸਾਨੂੰ ਤੇ ਅਡੋਲ ਸ਼ਾਂਤ ਚਿੱਤ ਆਪਣੇ ਗੁਰੂ ਦੇ ਹੁਕਮ 'ਤੇ ਬਸ। ਗੁਰੂ ਕੀ ਕਹਿ ਰਹੇ ਨੇ ਇਹ ਖਿਆਲ ਕਰੀ। ਗੁਰੂ ਰਾਮਦਾਸ ਦਾ ਬਚਨ ਚੇਤੇ ਰੱਖਿਆ ਕਰੀ, ਗੁਰ ਕਹੈਂ ਕਿਆ ਹਮ ਕਰੈਂ ਕਿਆ। ਜਿਹੜਾ ਨਿਆਰਾ ਰਹੇਗਾ ਉਹੀ ਪੁਰਖ ਪੂਰਨ ਦਾ, ਉਹੀ ਪੁਰਖ ਸੁਆਮੀ ਦਾ ਭਗਤ ਹੋਏਗਾ। ਫਿਰ ਸੱਜੇ ਖੱਬੇ ਜੋ ਹੋ ਰਿਹਾ, ਮਹਾਰਾਜ ਇਹਨੂੰ ਕੀ ਕਹੀਏ? ਜੋ ਸਾਡੇ ਆਲੇ ਦੁਆਲੇ ਜੋ ਹੋ ਰਿਹਾ ਹੈ, ਇਸ ਨੂੰ ਕੀ ਕਹੀਏ? ਮਹਾਰਾਜ ਕਹਿਣ ਲੱਗੇ, ਤੁਸੀਂ ਤਾਂ ਆਪਣੇ ਆਪ ਨੂੰ ਸੇਫ ਰੱਖਣਾ ਨਾ, ਅਤੇ ਤੁਸੀਂ ਕਿਸੇ ਦਾ ਬੋਝ ਕਿਉਂ ਉਠਾਉਂਦੇ ਹੋ? ਨਿੰਦੋ ਨਾਹੀ ਕਾਹੂ ਬਾਤੇ, ਤੁਸੀਂ ਇਹਦੀ ਨਿੰਦਾ ਵੀ ਨਾ ਕਰਿਆ ਕਰੋ।
फिर की करिए। ये खसम का किया, ये बनतर भी बनाई रब दी जे। इस आले दुआले लड़न भिड़न वाली बनतर भी बनाई रब दी है, क्योंकि इन्हां दी उलझण भी करते पुरख दी हुक्मी खेड है। क्योंकि हर एक जी नूं उहदे अपने कीते हुए कर्मां दे फल स्वरूप अगला जीवन मिलदा है, ते अगले जीवन दे विच पिछले बीजे कीते संस्कारां दे मुताबिक इहदा सुभाव बन जांदा है, और इहदे सुभाव के मुताबिक इन्हें अपना कर्म करते रहना। उहदा ते सुभाव है उन्हें लड़ना है, उहदा ते सुभाव है उन्हें डंग मारना है। सप दा ते सुभाव है फूं फूं करना है। आ वेखिया होना, सप नूं डंग मारन नूं कोई जी ना मिले, वो लकड़ ते डंग मारी जांदा है। फूं फूं करना, फुंकारे मारना उहदा सुभाव है। बिच्छू का सुभाव है डंग मारना, हर एक का सुभाव है। गिद्दड़ का सुभाव अपना है, शेर का सुभाव अपना है। तो चेता रखना, साडा सुभाव भी तो अपना होना चाहिए ना। साडा सुभाव कैसा होना चाहिए? जैसा साडे गुरु का सुभाव है, जैसे विचार साडे गुरु दी। जे असीं गुरु की सेवा करते हाँ तो सिमरन करते हाँ, तो साडे चों साडे गुरु का सुभाव भी ढुलकना चाहिए। क्योंकि गुरुमत मुताबिक एक सुभाव का मनोविज्ञानिक पक्ष है, जैसा सेवा तैसो होए। जैसे दी सेवा करते हो तुसीं वैसे होवोगे। तो जैसे असी हाँ, इसका मतलब असी वैसे संकल्पां दी उन्हां नूं पानी दे रहे हाँ जैसे साडे चों चीज़ां निकल रही ने। तो इस करके महाराज कहते कि आले दुआले तो लोग बहुत ने, बड़े तरीके के होणगे। तुहानूं चंगे लगणगे, तुहानूं चंगे नहीं लगणगे। इत्ते मेला है ना, मेले च बहुत दुकानां हुंदियां जो वेखण नूं चंगियां लगदियां ने, पर कि सारियां दुकानां तो सारा सामान खरीद लोगे? नहीं, सिर्फ अपनी ज़रूरत का सामान खरीदी दे। बाकी कई बार सामान बहुत चंगा हुंदा है, पर भाई असी साडी ज़रूरत नहीं है, साडा उहदे नाल कोई वाह नहीं है। चंगा है तेरा सामान, तो कई बार सामान बहुत माड़ा हुंदा है। पर चेता रखना, माड़े समान का भी गाहक बाजार विच हुंदा है, तो उत्तम सामान का गाहक भी बाजार विच ही मिलता है। तो भाई जिसने जो खरीदना आके ले जाओ। इत्थे संस्था दोए दीवे चौदे हट नाले, जेते जी तेती वणजारे, खुले हट होआ व्यापार। इत्थे ते ईरखा भी विकदी जे, इत्थे सच भी विकदा जे। हुण तुसां की खरीदना है तुहानूं पता होना चाहिए। इस बाजार विच क्रोध भी विकदा जे, काम भी विकदा जे, सब कुछ मिलता जे। सुखनी सेवक का पाठ करते हैं, पढ़ते देखना तो काम क्रोध विकराल हैगा है, सदियों तो है, रहना है। असीं किहदे नाल जुड़ना सानूं पता होना चाहिए। असीं किन्हां नाल आधारित होना सानूं पता होना चाहिए। पर जो है वो बनाई बनतर रब दी है, तुहाडे मतलब दी है कि नहीं तुसीं छड्ड दिओ। पर निंदा ना ही काहू बाते, खाम खा निंदा का बोझ अपने सिर ते मत उठाओ। क्योंकि अपना भार लैके ही साथों नहीं तुरिया जा रहा, असीं बेगाना भार काहनूं चुक लईए। एक बड़ा भार पराए सिर चरे चलियो चाहे बाट, अपने भारे ना चले आगे औकट घाट। साडे तो ते अपनी पंड लैके नहीं तुरिया जांदा, असीं दूजियां दी पंड काहनूं चुकदे हां। छड्ड दिओ दूजियां दी पंड, केवल ते केवल अपनी पंड चुको, ते अपनी पंड भी हौली करन दा यतन करो कि भार घटे। ते भार घटेगा तो सफ़र सौखा हो जाएगा। महाराज कहते कि निंदा ना ही काहू बात है। आले दुआले जो हो रहा निंदा ना करया करो, क्लेश विच मत पिया करो। जो तुहाडी ड्यूटीज़ ने, जो तुहाडे धर्म ने, जो रिस्पोंसिबिलिटी ने, सिर्फ उन्होंने निभाओ। और हर जी जो साडे चो अपनी ड्यूटी निभाउण लग पेगा, अपने धर्म नूं निभाउण लग पेगा, तो धर्म प्राप्त नूं हो जाएगा। और यही करना, यही साडा धर्म है भी जो भी मेरा धर्म है, मैनू कथा करन मिले, मैं गुरबाणी पढ़ा, गुरबाणी सुना, गुरबाणी सुनावा, गुरबाणी विचार अगर कोई मेरे नाल सांझी कर दे तो मुबारक, नहीं तो बाकी लोग की करते ने, लोग क्यों करते ने, लोगों ते करते ही रहना है। इसी तरह हर एक व्यक्ति का एक अपना दायरा बना लो। निंदा ना ही काहू बात है, ये खसम का किया। फिर की करिए? जा कहो कृपा करी प्रभ मेरे, इन संसार के तमाम उतारां ते चढ़ावां दे विच
जिस व्यक्ति ਨੂੰ ਜਿੱਥੇ ਥਾਂ ਮਿਲਿਆ ਹੈ, ਜੋ ਜੋ ਤੇਰਾ ਧਰਮ ਹੈ, ਜੋ ਜੋ ਤੇਰੀ ਡਿਊਟੀ ਹੈ, ਤੂੰ ਆਪਣੀ ਡਿਊਟੀ ਆਪਣੇ ਧਰਮ ਨੂੰ ਨਿਭਾ। ਪਾਤਸ਼ਾਹ ਦਸ਼ਮੇਸ਼ ਤੱਕ ਬੜਾ ਪਿਆਰਾ ਬਚਨ ਔਰ ਰਹੱਸਵਾਦੀ ਘਟਨਾ ਹੈ। ਉੱਥੋਂ ਪਤਾ ਲੱਗਦਾ ਵੀ ਅਸੀਂ ਜਿੱਥੇ ਖੜ੍ਹੇ ਹਾਂ, ਜਿਸ ਪੱਧਰ 'ਤੇ ਹਾਂ, ਜਿਸ ਡਿਊਟੀ 'ਤੇ ਹਾਂ, ਜਿਸ ਮੁਕਾਮ 'ਤੇ ਹਾਂ, ਅਸਾਂ ਦਾ ਧਰਮ ਉਹੀ ਹੈ। ਪਾਤਸ਼ਾਹ ਦਸ਼ਮੇਸ਼ ਜਦੋਂ ਉੱਚਤੇ ਪੀਰ 'ਚੋਂ ਲੰਘੇ ਨੇ ਨਾ, ਅਤੇ ਥੋੜ੍ਹਾ ਅੱਗੇ ਜਾ ਕੇ ਸੁਖਾਲਾ ਹੋ ਗਿਆ। ਨਗਰਾਂ ਦੇ ਵਿੱਚ ਸੰਗਤ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਪ੍ਰੇਮ ਨਾਲ ਕਰਦੀ ਹੈ, ਪਰ ਫਿਰ ਵੀ ਸੁਰੱਖਿਆ ਦੇ ਲਿਹਾਜ਼ ਮੁਤਾਬਕ ਜੋ ਬਾਹਰਲਾ ਢਾਂਚਾ ਮਜ਼ਬੂਤ ਰੱਖਿਆ ਜਾਂਦਾ ਹੈ ਕਿ ਭਾਈ ਕੋਈ ਓਪਰਾ ਬੰਦਾ ਮਹਾਰਾਜ ਦੇ ਨੇੜੇ ਨਾ ਆਵੇ। ਇੱਕ ਵਾਰ ਇੱਕ ਦੀਵਾਨੇ ਨੂੰ ਪਤਾ ਲੱਗਾ ਕਿ ਥੋੜ੍ਹੀ ਦੂਰ ਗੁਰੂ ਮਹਾਰਾਜ ਆ ਕੇ ਉਤਰੇ ਨੇ। ਉਹ ਤੁਰ ਪਿਆ। ਜਦ ਤੱਕ ਕੋਈ ਪਹੁੰਚਦਿਆਂ ਅੱਧੀ ਕੁ ਰਾਤ ਹੋ ਗਈ। ਅੱਧੀ ਕੁ ਰਾਤ ਨੂੰ ਪਹੁੰਚ ਗਿਆ। ਪਤਾ ਲੱਗਾ ਵੀ ਇੱਥੇ ਗੁਰੂ ਮਹਾਰਾਜ ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਠਹਿਰੇ ਨੇ, ਅਤੇ ਉਹਨਾਂ ਵਾਸਤੇ ਉੱਚਾ ਤੰਬੂ ਲਗਾ ਕੇ ਇੰਤਜ਼ਾਮ ਕੀਤਾ। ਇੱਥੇ ਅੰਦਰ ਮਹਾਰਾਜ ਬਿਰਾਜਮਾਨ ਨੇ। ਹੁਣ ਇਹ ਪਹੁੰਚ ਗਿਆ ਦਰਵਾਜ਼ੇ 'ਤੇ, ਮੈਂ ਤਾਂ ਗੁਰੂ ਨੂੰ ਮਿਲਣਾ, ਮੈਂ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਜੋ ਪਹਿਰੇਦਾਰ ਹੈ ਉਹਦਾ ਧਰਮ ਬੜਾ ਵੱਖਰਾ, ਬੜਾ ਅਜੀਬ ਧਰਮ ਹੁੰਦਾ ਉਹਦਾ। ਇਸੇ ਕਰਕੇ ਸਭ ਤੋਂ ਸੁਚੇਤ ਬਾਰੀਕ ਖੰਡੇ ਕੀ ਧਾਰ ਵਰਗਾ ਧਰਮ ਪਹਿਰੇਦਾਰ ਦਾ ਹੁੰਦਾ। ਪਹਿਰੇਦਾਰ ਖੜ੍ਹਾ ਹੈ ਆਪਣੇ ਮੁਕਾਮ 'ਤੇ। ਇਹ ਦੀਵਾਨਾ ਜਾ ਕੇ ਕਹਿੰਦੇ ਜੀ ਭਾਈ ਮੈਂ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਅਤੇ ਪਹਿਰੇਦਾਰ ਨੇ ਕਿਹਾ ਜੀ ਮੈਨੂੰ ਹੁਕਮ ਹੈ ਕਿ ਹੁਣ ਕੋਈ ਅੰਦਰ ਨਹੀਂ ਆ ਸਕਦਾ। ਜਿੰਨਾ ਚਿਰ ਅੰਦਰੋਂ ਹੁਕਮ ਨਹੀਂ ਆਉਂਦਾ ਉਹਨਾਂ ਚਿਰ ਕੋਈ ਬਾਹਰੋਂ ਅੰਦਰ ਨਹੀਂ ਜਾਏਗਾ। ਮੈਂ ਤਾਂ ਹੁਣੇ ਜਾਣਾ ਜੀ, ਮੈਂ ਤਾਂ ਹੁਣੇ ਦਰਸ਼ਨ ਕਰਨੇ ਨੇ, ਅਬਈ ਕਰਨੇ ਨੇ। ਉਹਨੇ ਹੱਥ ਜੋੜ ਕੇ ਕਿਹਾ ਨਾ ਭਾਈ, ਇਹ ਰਾਤਰੀ ਦਾ ਵਕਤ ਹੈ, ਮਹਾਰਾਜ ਦੇ ਸੁਖਾਸਨ ਦਾ ਵੇਲਾ ਹੈ, ਇਸ ਵਕਤ ਤੂੰ ਅੱਗੇ ਨਹੀਂ ਜਾ ਸਕਦਾ। ਗੱਲਬਾਤ ਹੁੰਦਿਆਂ ਬਹਿਸ ਹੋ ਗਈ। ਬਹਿਸ ਮੁਬਾਹਸੇ 'ਚ ਬਦਲ ਗਈ। ਉਸ ਦੀਵਾਨੇ ਨੇ ਆਪਣਾ ਕੁੱਤਕਾ ਚੁੱਕ ਲਿਆ। ਕੁੱਤਕਾ ਮਤਲਬ ਸੋਟਾ। ਉਹਨੇ ਸੋਟਾ ਚੁੱਕ ਲਿਆ। ਮੈਂ ਤਾਂ ਹੁਣੇ ਹੀ ਜਾਣਾ ਜੀ, ਕੌਣ ਰੋਕਦਾ ਮੈਨੂੰ, ਮੈਂ ਤਾਂ ਹੁਣੇ ਦਰਸ਼ਨ ਕਰਨ ਜਾਣਾ ਹੈ। ਜਦੋਂ ਉਹਨੇ ਕੁੱਤਕਾ ਚਲਾਇਆ ਅਤੇ ਪਹਿਰੇਦਾਰ ਸਿੰਘ ਸਰੂਪ ਹੈ, ਉਹ ਦੇਖੋ ਸ੍ਰੀ ਸਾਹਿਬ ਤਲਵਾਰ ਹੈ, ਉਹਨੇ ਤਲਵਾਰ ਖਿੱਚ ਲਈ ਹੈ। ਹੁਣ ਉਹ ਡੰਡਾ ਚਲਾਉਂਦਾ ਹੈ, ਤਲਵਾਰ ਚਲਾਉਂਦਾ ਹੈ, ਅਤੇ ਸਭ ਨੂੰ ਪਤਾ ਹੈ ਕਿ ਡੰਡੇ ਦਾ ਅਤੇ ਤਲਵਾਰ ਦਾ ਮੁਕਾਬਲਾ ਅਲੱਗ ਹੈ। ਡੰਡਾ 'ਤੇ ਰਹਿ ਗਿਆ, ਤਲਵਾਰ ਨੇ ਦੋ ਟੁਕੜੇ ਕਰਕੇ ਰੱਖ ਦਿੱਤਾ। ਹੁਣ ਢਹਿ ਪਿਆ, ਆਖਰੀ ਲਬਾਂ 'ਤੇ ਆ ਗਿਆ, ਸਾਹ ਦਮ ਨਿਕਲ ਗਏ। ਦਿਨ ਚੜ੍ਹਦਿਆਂ ਤੱਕ ਉਹਦੇ ਦਮ ਨਿਕਲ ਗਏ। ਸ਼ੁਰ 'ਤੇ ਪੈਣਾ ਸੀ, ਜੋ ਬੰਦੇ ਲੜਨਗੇ ਬਹਿਸ ਹੋਏਗੀ, ਰੌਲਾ 'ਤੇ ਪਏਗਾ। ਪਰ ਮਹਾਰਾਜ ਨੇ ਅੰਦਰੋਂ ਕੋਈ ਆਵਾਜ਼ ਨਹੀਂ ਦਿੱਤੀ। ਰੌਲਾ ਰੱਪਾ ਪਿਆ, ਘੜੀ ਸ਼ਾਂਤ ਹੋ ਗਿਆ। ਦਿਨ ਚੜ੍ਹਿਆ, ਬਾਹਰ ਜਿਹੜੇ ਲੋਕ ਸਨ ਰੌਲਾ ਪੈ ਗਿਆ। ਗੁਰੂ ਕੇ ਸਿੰਘ ਨੇ ਦੀਵਾਨਾ ਮਾਰ ਦਿੱਤਾ। ਦੀਵਾਨੇ ਦੇ ਨਾਲ ਇੱਕ ਹੋਰ ਚੇਲਾ ਸੀ, ਉਹਨੇ ਪਿੰਡ 'ਚ ਰੌਲਾ ਪਵਾਤਾ। ਸਵੇਰੇ ਜਦੋਂ ਗੁਰੂ ਮਹਾਰਾਜ ਦਾ ਦਰਬਾਰ ਲੱਗਾ ਅਤੇ ਸ਼ਿਕਾਇਤ ਆ ਗਈ, ਮਹਾਰਾਜ ਦੇਖੋ ਜੀ ਤੁਹਾਡੇ ਫਲਾਣੇ ਸਿੰਘ ਨੇ ਜੋ ਪਹਿਰੇਦਾਰ ਸੀ ਉਸ ਨੇ ਰਾਤੀ ਇੱਕ ਦੀਵਾਨਾ ਮਾਰ ਦਿੱਤਾ ਹੈ। ਕਿਉਂਕਿ ਦੱਸਣ ਵਾਲਿਆਂ 'ਤੇ ਆਪਣੇ ਢੰਗ ਨਾਲ ਗੱਲ ਕਰਨੀ ਸੀ ਨਾ, ਹੁਣ ਆਪਣਾ ਪੱਖ 'ਤੇ ਰੱਖ ਦਿੱਤਾ ਕਿ ਦੇਖੋ ਜੀ ਸਿੰਘ ਨੇ ਰਾਤੀ ਦੀਵਾਨਾ ਮਾਰ ਦਿੱਤਾ ਹੈ। ਜਦੋਂ ਦੀਵਾਨਾ ਮਾਰ ਦਿੱਤਾ ਹੈ, ਮਹਾਰਾਜ ਨੇ ਕਿਹਾ ਠੀਕ ਹੈ, ਕੋਈ ਗੱਲ ਨਹੀਂ। ਉਹਦਾ ਚੇਲਾ ਸੀ, ਉਸਨੂੰ ਮਾਣ ਸਨਮਾਨ ਦਿੱਤਾ, ਸਰਪਾਉ ਦਿੱਤਾ ਪਏ, ਠੀਕ ਹੈ। ਜੋ ਬੰਦਾ ਗਿਆ ਉਹ ਕਿਵੇਂ ਆਪਣੇ ਸ਼ੋਕ ਕਹਿੰਦੇ ਆ, ਮੈਂ ਸ਼ੋਕ ਪ੍ਰਗਟ ਕੀਤਾ, ਸਰਪਾਉ ਦਿੱਤਾ। ਪਰ ਕਹਿਣ ਲੱਗੇ ਜੇ ਸਿੰਘ ਨੇ ਮਾਰਿਆ ਹੈ ਉਸਨੂੰ ਤਾਂ ਸੱਦੋ ਨਾ, ਉਹਦਾ ਪੱਖ ਵੀ ਤਾਂ ਪੁੱਛੋ ਨਾ, ਉਹ ਕਿਉਂ ਮਾਰਿਆ ਉਹਨੇ, ਕੀ ਉਹਦੀ ਕੋਈ ਜਾਤੀ ਦੁਸ਼ਮਣੀ ਸੀ? ਕਹਿਣ ਲੱਗੇ ਜੀ ਪਤਾ ਨਹੀਂ ਮਾਰਿਆ ਕਿਉਂ ਆਖਰ ਉਸਨੇ, ਕਿਉਂ ਜਾਤੀ ਦੁਸ਼ਮਣੀ ਸੀ, ਕਿਉਂ ਲੈਣ ਦੇਣ ਸੀ ਇਹਨਾਂ ਦਾ? ਕਹਿਣ ਲੱਗੇ ਜੀ ਪਤਾ ਨਹੀਂ। ਸਿੰਘ ਨੂੰ ਸੱਦਿਆ ਵੀ ਤੂੰ ਉਹਨੂੰ ਕਿਉਂ ਮਾਰਿਆ? ਕਹਿਣ ਲੱਗਾ ਮਹਾਰਾਜ ਮੈਂ ਨਹੀਂ ਮਾਰਿਆ, ਮੈਨੂੰ ਤਾਂ ਪਹਿਰੇ 'ਤੇ ਸੇਵਾ ਮਿਲੀ ਸੀ, ਜਥੇਦਾਰ ਨੇ ਕਿਹਾ ਸੀ ਪਹਿਰੇ 'ਤੇ ਗੁਰੂ ਮਹਾਰਾਜ ਕੇ ਵਿਸ਼ਰਾਮ ਦੇ ਵਿੱਚ ਕੋਈ ਖਲਲ ਨਾ ਪਾਵੇ, ਕੋਈ ਅੱਗੇ ਨਹੀਂ ਜਾਣਾ ਚਾਹੀਦਾ। ਅਤੇ ਇਹ ਧੱਕਾ ਕਰਕੇ ਵਿਸ਼ਰਾਮ ਦੇ ਸਮੇਂ 'ਤੇ ਅੱਗੇ ਜਾਣਾ ਚਾਹੁੰਦਾ ਸੀ, ਅਤੇ ਮਹਾਰਾਜ ਇਹਨੇ ਡੰਡਾ ਮਾਰਿਆ, ਅਤੇ ਫਿਰ ਮੈਨੂੰ ਡੰਡੇ ਦਾ ਜਵਾਬ ਤਾਂ ਦੇਣਾ ਸੀ ਨਾ, ਅਤੇ ਮੈਨੂੰ ਪਹਿਰੇ 'ਤੇ ਖੜ੍ਹੇ ਕੀਤਾ ਹੈ। ਅਤੇ ਪਹਿਰੇਦਾਰ ਦਾ ਧਰਮ ਹੈ ਕਿ ਜਿੰਨਾ ਚਿਰ ਪਹਿਰੇਦਾਰ ਖੜ੍ਹਾ ਹੈ ਉਹਨਾਂ ਚਿਰ ਕੋਈ ਨਾ ਅੰਦਰ ਜਾ ਸਕਦਾ ਜੇ, ਅਤੇ ਨਾ ਆਗਿਆ ਤੋਂ ਬਿਨਾਂ ਅੰਦਰਲਾ ਬਾਹਰ ਜਾ ਸਕਦਾ। ਪਹਿਰੇਦਾਰ ਦਾ ਧਰਮ ਤਾਂ ਸਿਰਫ ਇਤਨਾ ਹੀ ਨਾ। ਮਹਾਰਾਜ ਕਹਿੰਦੇ ਸ਼ਾਬਾਸ਼ ਤੂੰ ਆਪਣਾ ਧਰਮ ਨਿਭਾਇਆ। ਉਸ ਨੂੰ ਸਰਪਾਉ ਮਿਲ ਗਿਆ। ਲੋਕ ਹੈਰਾਨ ਹੋ ਗਏ ਵੀ ਜਿਹੜਾ ਮਰ ਗਿਆ ਉਸ ਨੂੰ ਵੀ ਸਰਪਾਉ, ਜਿਹਨੇ ਮਾਰ ਦਿੱਤਾ ਉਸ ਨੂੰ ਵੀ ਸਰਪਾਉ। ਮਹਾਰਾਜ ਕਹਿਣ ਲੱਗੇ ਦੋਨਾਂ ਨੇ ਆਪਣਾ ਧਰਮ ਨਿਭਾਇਆ। ਉਹ ਦੀਵਾਨਾ ਕਾਹਦਾ ਜੋ ਰੁਕਾਵਟਾਂ 'ਤੇ ਰੁਕ ਜਾਏ, ਅਤੇ ਉਹ ਪਹਿਰੇਦਾਰ ਕਾਹਦਾ ਜਿਹਦੇ ਖਲੋਤਿਆਂ
कोई ਉਹਦੇ ਉੱਤੋਂ ਦੀ ਟੱਪ ਜਾਏ, ਉਹਦੇ ਮਾਲਕ ਤੱਕ ਪਹੁੰਚ ਜਾਏ। ਉਹ ਪਹਿਰੇਦਾਰੀ ਕਰਦਾ। ਸਾਨੂੰ ਸਮਝ ਦੀ ਜ਼ਰੂਰਤ ਹੈ। ਨਿਆਰੇਪਨ ਦਾ ਮਤਲਬ ਇਹ ਨਹੀਂ ਕਿ ਅਸੀਂ ਛੱਡ ਕੇ ਸੰਸਾਰ ਪਹਾੜ 'ਤੇ ਬਹਿ ਜਾਣਾ ਹੈ। ਜੋ ਸਾਡੀ ਡਿਊਟੀ ਹੈ, ਜੋ ਸਾਡਾ ਧਰਮ ਹੈ, ਜੋ ਸਾਡੀ ਰਿਸਪੌਂਸਿਬਿਲਟੀ ਹੈ, ਔਰ ਇਹ ਹਰ ਜੀਅ ਦੀ ਅਲੱਗ ਅਲੱਗ ਹੈ। ਕਿਸੇ ਦੀ ਕੋਈ ਡਿਊਟੀ ਹੈ, ਕਿਸੇ ਦੀ ਕੋਈ ਡਿਊਟੀ ਹੈ, ਕਿਸੇ ਦੀ ਪਰਿਵਾਰ, ਸਮਾਜ, ਸੁਸਾਇਟੀਆਂ 'ਚ ਜੋ ਜੋ ਡਿਊਟੀਜ਼ ਨੇ, ਅਗਰ ਉਹ ਉਹਨਾਂ ਡਿਊਟੀਆਂ 'ਤੇ ਪਹਿਰੇਦਾਰੀ ਇਮਾਨਦਾਰੀ ਨਾਲ ਕਰਦਾ ਹੈ तो गुरु की सिरपाव का हकदार बन जाएगा। तो जे वो अपनी ड्यूटी च कोताही करता है तो फिर सज़ा का हकदार बन जाएगा। ये असां वेखना है कि असां निंदा नहीं करनी, कलेश नहीं पाना, अपनी ड्यूटी ते पहरा देना है। असीं की हाँ, असीं कित्थे खड़े हाँ, सानू की हुक्म है, बस असीं जिथे भी खड़े हाँ, जिस मुकाम ते सानू खड़े किया गया, असां अपने हुक्म की तामील करनी है। महाराज कहने लगे बस हुक्म की तामील विच चेता रखना, कंट्रोल अपनी जुबान ते रखना, कंट्रोल अपनी निगाहां ते रखना, कंट्रोल अपने कर्मां ते रखना, निंदा ना करना। ये हुक्म की बनतरां होंदियां ने। निंदा ना ही काहू बात है, ये खसम का किया। महाराज फिर की होएगा? कहने लगे जाको कृपा करी प्रभ मेर है। जिहड़ा कोई जी अपनी ड्यूटी नूं, अपने फर्ज नूं पूरा करदा है, चेतरना उसे ते मालिक की कृपा होंदी है। ये घर परिवार तो लैके समाज विच, सोसाइटियां च, हर थां ते, नौकरी मुकामां ते अध्यात्म तक इको नियम चलदा है, मालिक की वफादारी ही मालिक की कृपा का कारण होंदी है। अपने मालिक के प्रति वफादार हो तो मालिक की कृपा के पात्र बनोगे। जे अपने मालिक के प्रति वफादार नहीं हो तो फिर मालिक की नाराज़गी के पात्र बनोगे। तो साडा मालिक तो गुरु है ना, अपने गुरु के प्रति वफादार होकर रह सकीए। तो जो वफादार होवांगे तो कृपा हो जाएगी। तो कृपा होने तो क्या मिलेगा? कहने लगे साध संगत नाम लिया, उन्हें साध संगत नाम मिलेगा, बख्शिश मिलेगी। साध संगत कृपा के सदके भाग बनते, तो भागों के सदके संगत बनती, तो संगत के सदके नाम मिलता है। जिवें असीं बूटा लावांगे, पत्ते आएंगे, फुल आएंगे, फिर फुल खिड़ेगा ना, फिर फल मिलेगा ना। इसी तरह कृपा मिलेगी, भाग मिलेगी, भागों तो संगत मिलेगी, संगत चों फिर बख्शिश ना मिलेगा। इस करके कह सकीए पार ब्रह्म परमेश्वर सतगुर, ये करता पुरख वाहिगुरु जी का स्वरूप है। वो पार ब्रह्म है, परमेश्वर है, सतगुर है, वो इको ही है। उन्होंने पार ब्रह्म कह लो, उन्होंने परमेश्वर कह लो, उन्होंने सतगुरु कह लो, उन्होंने गुरु कह लो, उन्होंने गुरु नानक कह लो, गुरु गोबिंद सिंह कह लो, वो सब कोई जिन्ना किसी का जी करता है, जिस रूप जिस शब्द उन्होंने कह सकता कह लो भाई। ये तो वो कोई फर्क नहीं पैंदा। वो है, वो मालिक है, अकाल पुरख है। उन्होंने वाहिगुरु कह लीए, उन्होंने राम कह लीए, उन्होंने गुरु नानक कह लीए, सब वो अपने अपने वखरे स्वरूप ने। वो साढ़े वास्ते वो अलग अलग रूप लिखे जाते हैं। पार ब्रह्म परमेश्वर सतगुर। हुण करते की ने? सबना करत उधारा। वो उधार करते हैं। किहदा करते हैं? उधार सबना का करते हैं, क्योंकि वो वितकरा किसी ना नहीं करते। बस फर्क यह है कि जिहड़ा अपने करतब नूं निभांदा है वो अपना उधार करता। पढ़ा के जाके निक्का जिहा बच्चा अपने पढ़िया होना, सानू कई बार कुछ जी चंगे नहीं लगते। असी कि ना जी इहदा ते ना भी मेरे सामने मत लो, किरणात्मक है। पर की पता करते नहीं, बनाया ही उत्थे, उन्होंने रचिया ही उत्थे है, उन्होंने लाया ही उत्थे है, वह करतब ही उत्थे है। और वो अगर अपने उस किरणात्मक करतब नूं भी पूरा करता है, सिर करते की कृपा का पात्र हो जाता है, वह उधार हो जाएगा, वो अगले पड़ाव पर पहुँच जाएगा। एक बड़ा प्यारा बचन, अक स्यों प्रीत करे अक टिड्डा, अक डाली वह खाए। हुण अक ते बैठा होया टिड्डा, असीं किहड़ा चंगा मनदे, उहनूं घृणा करते, हथ नहीं लाउंदे, बड़ी दूर की गल हथ लाउणा। पर फिर भी महाराज कहने लगे अक स्यों प्रीत करे अक टिड्डा, अक डाली बह खाए, खसमे भावै ओहो चंगा, जे करे खुदाए खुदाए। हुण टिड्डा खुदा खुदा वाहिगुरू वाहिगुरू नहीं करदा होना भाव, अगर वो अपने करतब च मस्त है, जो उन्होंने करतब मिले है तो उहदे च मस्त है, अपना काम करता है, तो फिर खुदा दा प्यारा हो जाता, रब दा प्यारा। असां नूं कित्थे लाया है, किस नूं पहरे ते लाया, किस नूं कित्थे लाया है। जिथे भी किते लाया है, तो जे असीं अपने करतब च मस्त हैं,
अपनी ड्यूटी च मस्तां, अपने धर्म च मस्तां, तो फिर खुदा दे गुरु दे प्यारे हो सकते हैं। महाराज कहने लगे करते ने उधार सबना दा, सबना करत उधारा, कहो नानक गुर बिन नहीं तरिए। पर चेता रखना असीं जिथे खड़े हाँ इत्थे ज्ञान खंड है, असीं ज्ञान खंड के दायरे च इत्थे गुरु की जरूरत है, क्योंकि गुरु ज्ञान देंदे ने, गुरु मत शुद्ध करते हैं, गुरु बुद्धि नूं शुद्ध करते हैं, गुरु मन नूं निर्मल करते हैं, तो गुरु सुरत नूं उभार देंदे ने। असां इत्थे करना है, इस करके चेता रहना गुरु बिन घोर अंधार, गुरु बिन समझ न आवे। इस कहते गुरु 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 कर मन मोर, गुरु बिना मैं ना ही होर। गुरु तो बिना तरना नहीं हो सकता, यह पूर्ण तत्त विचारा, यही पूर्ण तत्त जे भी गुरु तो बिना मुक्ति नहीं जी मिलनी। असीं कहना गुरु तो बिना मुक्ति नहीं मिलती। गुरुदेव कृपा करन असीं गुरु शब्द के धारणी हो सकी, तो गुरु साडा शब्द है, गुरु विचार है, गुरु नानक है। नानक एक विचार है, गुरु नानक एक विचार है। इस गुरु नानक विचार के नाल जिसनूं गुरु नानक विचारधारा, गुरु नानक फिलासफी, गुरु नानक दर्शन किया जाता। गुरुदेव कृपा करन असीं शब्द गुरु सुरत तुम चेला के धारणी हो सकीए, तो गुरु शब्द की उपासना कर सकीए। इतने को वचन प्रवान करना भुल चुक दी खिमा, आसीस ते प्यार देना फतेह बुलावना। वाहिगुरू जी का खालसा, वाहिगुरू जी की फतेह।